शादी करके मैं चली गई सर ते मियाँ कुछ अरसे बाद मेरा नशे ते लग गया। 5-6 साल वो मेरे नाल ठीक रहा। माँ दे कोल आई तो उत्थे भी जिसम फरोशी का धंधा हो रहा सी। तो उदों मैनूं छोटी कुड़ी ने दस्सिया कि मेरे नाल भी ਇਹੀ ਹੋ ਰਿਹਾ ਵੀ ਉਹਦੇ ਕੋਲ ਜਿਸਮ ਫਰੋਸ਼ੀ ਕਰਾ ਰਹੀ ਹੈ ਤੇਰੀ ਸੌਤੇਲੀ ਮਾਂ। ਹਾਂਜੀ ਉਹਨੂੰ ਪਾਲਿਆ ਪੋਸਿਆ ਉਹਨੇ। ਫਿਰ ਕੀ ਹੋਇਆ ਸਰ? ਉਹਨੇ ਮੈਨੂੰ ਨਿਹਾਲ ਕਰਕੇ ਕਮਰੇ 'ਚ ਸੁੱਟ ਦਿੱਤਾ। ਬੰਦਾ ਉੱਥੇ ਹੀ ਸੀ। ਧੰਦਾ ਵੀ ਕਰਨਾ ਔਰ ਜਿਸਮ ਫਰੋਸ਼ੀ ਵੀ ਕਰਨੀ। ਲੇਡੀ ਕਾਂਸਟੇਬਲ ਸਾਨੀਆ ਮੁਨੀਰ ਤੈਨੂੰ ਕਹਿੰਦੀ ਕਿ ਤੂੰ ਜਿਸਮ ਫਰੋਸ਼ੀ ही करेंगी, जड़ी के वर्दी च गई सी उत्थे थाने मौजूद। हाँ जी। अस्सलाम वालेकुम नाज़रीन, मैं हूं आपका मेज़बान उमर बलोच और आप देख रहे हैं उर्दू वायरल। नाज़रीन, आज एक और कौम की बेटी हमारे साथ मौजूद है। इसके साथ जिस किस्म का जुल्म किया गया है, ये तो जब आपको बताएंगे तो आपके दिल भी खून के आंसू रोएंगे। नाज़रीन, इस बच्ची के साथ जो जुल्म हुआ है, इसकी अपनी सौतेली माँ जो बाप लेके आया कि मेरी बच्ची को वो पालेगी, पोसेगी, इसको बड़ा करेगी, इसके साथ बड़ा अच्छा बिहेवियर होगा, इसका मुस्तकबिल बनाएगी, वही इसको लगाना चाहती थी जिस्म फरोशी के धंधे पर। और अपना शोहर जो कि अपना मजाजी खुदा होता है, उसने भी इसको बेचने की पूरी कोशिश की, इस पर जुल्म किया, इस पर तशद्दुद किया गया। बाकी की कहानी इस बहन की ज़बानी जानेंगे। अस्सलाम वालेकुम। वालेकुम अस्सलाम। क्या नाम है आपका? मेरा नाम सना। सना, सबसे पहले ये बताओ कि जो सौतेली माँ थी उसने आप पे किस किस्म के जुल्म किए, वो क्या चाहती थी आपसे? ਸ਼ੁਰੂ ਤੋਂ ਮੇਰੇ ਨਾਲ ਜ਼ੁਲਮ ਕਰਦੀ ਸੀ, ਸ਼ੁਰੂ ਤੋਂ ਮੈਨੂੰ ਮਾਰਦੀ ਸੀ, ਸ਼ੁਰੂ ਤੋਂ ਮੇਰੇ ਨਾਲ ਸੀ ਤੇ ਮੈਂ ਸ਼ਾਦੀ ਕਰ ਲਈ ਸੀ। ਇਹਨਾਂ ਦੀ ਰਜ਼ਾਮੰਦੀ ਨਾਲ ਸ਼ਾਦੀ ਕੀਤੀ ਸੀ। ਸ਼ਾਦੀ ਕਰਕੇ ਮੈਂ ਚਲੀ ਗਈ ਸਰ। ਉਹਦੇ ਬਾਅਦ ਮੈਂ ਇਹਨਾਂ ਨੂੰ 5-6 ਸਾਲ ਨਹੀਂ ਮਿਲੀ। ਉਹਦੇ ਬਾਅਦ ਮੇਰੇ 8-10 ਸਾਲ ਹੋ ਗਏ ਨੇ ਮੇਰੀ ਸ਼ਾਦੀ ਨੂੰ ਤੇ ਮੀਆਂ ਕੁਛ ਅਰਸੇ ਬਾਅਦ ਮੇਰਾ ਨਸ਼ੇ ਤੇ ਲੱਗ ਗਿਆ। 5-6 ਸਾਲ ਉਹ ਮੇਰੇ ਨਾਲ ਠੀਕ ਰਿਹਾ। ਉਹਦੇ ਬਾਅਦ ਉਹ ਨਸ਼ੇ ਤੇ ਲੱਗ ਗਿਆ। ठीक है, नशे ते लगन तो बाद उन्हें फिर की किया? ਉਹਨੇ ਮੈਨੂੰ ਮਾਰਿਆ ਕਾਫੀ ਜ਼ਿਆਦਾ। ਮੇਰੇ ਤੇ ਮਸਨ ਨਿਸ਼ਾਨ ਜਿਸਮ ਤਸ਼ੱਦੁਦ ਕੀਤਾ, ਮਾਰਿਆ। ਹਾਂਜੀ ਤਸ਼ੱਦੁਦ ਕੀਤਾ ਔਰ ਮੈਨੂੰ ਮਾਰਿਆ। ਔਰ ਉਹਦੇ ਬਾਅਦ ਮੈਂ ਆਪਣੀ ਉਹਦੇ ਬਾਅਦ ਮੈਨੂੰ ਕਹਿ ਰਿਹਾ ਕਿ ਵੀ ਤੂੰ ਵੀ ਜਿਸਮ ਫਰੋਸ਼ੀ ਦਾ ਧੰਦਾ ਕਰ ਤੇ ਮੈਂ ਨਹੀਂ ਸੀ ਕਰਨਾ ਚਾਹੁੰਦੀ। ਮੈਂ ਨਹੀਂ ਸੀ ਕਰਨਾ ਚਾਹੁੰਦੀ। ਮੈਂ ਆਪਣੀ ਮਾਂ ਦੇ ਘਰ ਸੌਤੇਲੀ ਦੇ ਘਰ ਆ ਗਈ। अच्छा, तो वो अपनी जान छुड़ा के कि मतलब मैं इधरों को निकला, मैं अपनी सौतेली माँ के घर चली गई। ਹਾਂਜੀ, ਮੈਂ ਸੌਤੇਲੀ ਮਾਂ ਦੇ ਘਰ ਚਲੀ ਗਈ। ਮਾਂ ਦੇ ਕੋਲ ਆਈ ਤਾਂ ਉੱਥੇ ਵੀ ਜਿਸਮ ਫਰੋਸ਼ੀ ਦਾ ਧੰਦਾ ਹੋ ਰਿਹਾ ਸੀ। ਔਰ ਉਹ ਲੜਕੀ ਨੇ ਮੈਨੂੰ ਦੱਸਿਆ ਔਰ ਉੱਥੇ ਬੰਦੇ ਅਕਸਰ ਬੁੱਢੀਆਂ ਬੰਦੇ ਆਣਾ ਜਾਣਾ ਲੱਗਾ ਰਹਿੰਦਾ ਸੀ ਉਹਨਾਂ। ਸੌਤੇਲੀ ਮਾਂ ਦੇ ਘਰ ਜਦੋਂ ਤੂੰ ਪਨਾਹ ਲੈਣ ਗਈ ਕਿ ਮੈਂ ਇਧਰੋਂ ਬਚਾਂਗੀ, ਤੇ ਉੱਥੇ ਪਹਿਲੇ ਹੀ ਜਿਸਮ ਫਰੋਸ਼ੀ ਹੋ ਰਹੀ? ਹਾਂਜੀ, ਮੈਨੂੰ 8-10 ਦਿਨ ਹੋਏ ਸੀ ਮੈਂ ਉਹਨਾਂ ਦੇ ਕੋਲ ਗਈ ਸੀ। ਅੱਛਾ, ਫਿਰ ਤਾਂ ਉਦੋਂ ਮੈਨੂੰ ਛੋਟੀ ਕੁੜੀ ਨੇ ਦੱਸਿਆ ਕਿ ਮੇਰੇ ਨਾਲ ਵੀ ਇਹੀ ਹੋ ਰਿਹਾ ਵੀ। मतलब कि ਉਹਦੇ ਕੋਲ ਛੋਟੀ ਕੋਈ ਕੁੜੀ ਮੌਜੂਦ ਸੀ, ਉਹਨੇ ਕਿਹਾ ਕਿ ਆਪੀ ਮੇਰੇ ਤੋਂ ਵੀ ਜਿਸਮ ਫਰੋਸ਼ੀ ਕਰਵਾ ਰਹੇ ਨੇ? ਹਾਂਜੀ, ਜਿਹਦਾ ਨਾਮ ਜਿਹੜਾ ਨਾ ਉਹ ਮੇਰਾ ਨਾਮ ਦਿੱਤਾ ਹੈ ਕਿ ਸਨਾ ਦੀ ਕੁੜੀ, ਪਰ ਹੈਗੀ ਮੇਰੀ ਨਹੀਂ। ਅੱਛਾ, ਇਹ ਕੁੜੀ ਮੇਰੀ ਨਹੀਂ ਹੈ। ਮੈਨੂੰ ਨਹੀਂ ਪਤਾ ਕਿਹਦੀ ਨਹੀਂ। ਔਰ ਮੈਨੂੰ ਉਹਦੇ ਕੋਲ ਜਿਸਮ ਫਰੋਸ਼ੀ ਕਰਾ ਰਹੀ ਹੈ ਤੇਰੀ ਸੌਤੇਲੀ ਮਾਂ? ਹਾਂਜੀ, ਉਹਨੂੰ ਪਾਲਿਆ ਪੋਸਿਆ ਉਹਨੇ। ਫਿਰ ਕੀ ਹੋਇਆ ਸਨਾ? ਉਹਦੇ ਬਾਅਦ ਮੈਂ ਜਦੋਂ ਘਰ ਆਈ ਹਾਂ ਔਰ ਦੇਖਿਆ ਤੇ ਉਹੀ ਨਿਜ਼ਾਮ, ਉਹੀ ਹਰ ਚੀਜ਼, ਮੈਂ ਬਹੁਤ ਪਰੇਸ਼ਾਨ ਹੋ ਗਈ। ਫਿਰ ਮੈਨੂੰ ਇੱਕ ਦਿਨ ਕਹਿ ਰਹੀ ਹੈ ਕਿ 2 ਬੰਦੇ ਆਣੇ ਨੇ ਤੇ ਇਹਨਾਂ ਨਾਲ ਗਲਤਕਾਰੀ ਕਰਨੀ ਹੈ ਤੇ ਮੈਂ ਨਹੀਂ ਸੀ ਮੰਨੀ। ਅੱਛਾ, ਮੈਂ ਨਹੀਂ ਮੰਨੀ ਔਰ ਉਹਨੇ ਅਖਤਰ ਹੁਸੈਨ ਨੂੰ ਬੁਲਾਇਆ ਕੇ ਤੇ ਪਹਿਲੇ ਉਹਨੇ ਕਿਹਾ ਕਿ ਇਹਨੂੰ ਆਪਣੀ ਜ਼ੁਬਾਨ 'ਚ ਸਮਝਾ ਲੈ। ਅਖਤਰ ਹੁਸੈਨ ਤੇਰਾ ਜਿਹੜਾ ਮੀਆਂ ਹੈ? ਹਾਂਜੀ। ਅੱਛਾ, ਉਹਨੂੰ ਕਹਿੰਦੀ ਆਪਣੀ ਜ਼ੁਬਾਨ 'ਚ ਸਮਝਾ ਲੈ। ਪਹਿਲੇ ਮੈਨੂੰ ਸਮਝਾਇਆ, ਮੈਂ ਨਹੀਂ ਮੰਨੀ। ਜਦੋਂ ਨਹੀਂ ਮੰਨੀ ਔਰ ਉਹਨੇ ਅਖਤਰ ਹੁਸੈਨ ਨੇ ਮੈਨੂੰ ਮਾਰਿਆ ਔਰ ਮੇਰੇ ਜਿਸਮ ਤੇ ਨੀਲ ਪਾਏ, ਬਹੁਤ ਜ਼ਿਆਦਾ ਮੈਨੂੰ ਮਾਰਿਆ। ਜਦੋਂ ਮਾਰਿਆ ਤੇ ਉਹ ਜੋ ਆਪਣੇ ਜਿਹੜੇ ਉਹਨਾਂ ਦੇ ਕਸਟਮਰ ਹੈਗੇ ਸਨ, ਉਹ ਕਿੱਥੇ ਸਨ? ਉਹ ਉਹਨਾਂ ਨੇ ਬੁਲਾਏ ਸੀ ਬੰਦੇ ਪਹਿਲੇ 2। ਉਸੇ ਕਮਰੇ 'ਚ ਬੈਠੇ ਸੀ ਜਿਨ੍ਹਾਂ ਦੇ ਸਾਹਮਣੇ ਤੈਨੂੰ ਪਹਿਲੇ ਮਾਰਿਆ? ਹਾਂਜੀ। ਅੱਛਾ, ਫਿਰ ਉਹ ਉੱਥੇ ਕਮਰੇ 'ਚ ਬੈਠੇ। ਜਦੋਂ ਰਜ਼ੀਆ ਨੇ ਮੈਨੂੰ ਮਾਰਿਆ ਕਾਫੀ ਜ਼ਿਆਦਾ। ਅਖਤਰ ਹੁਸੈਨ ਨੇ ਜਦੋਂ ਮਾਰ ਕੇ ਹੋਇਆ ਤਾਂ ਰਜ਼ੀਆ ਨੇ ਮੈਨੂੰ ਬਹੁਤ ਜ਼ਿਆਦਾ ਮਾਰਿਆ। ਮਾਰ ਕੇ ਟੀਵੀ ਦੀ ਆਵਾਜ਼ ਉੱਚੀ ਕਰ ਦਿੱਤੀ ਸੀ ਕਿ ਮੇਰੀ ਆਵਾਜ਼ ਬਾਹਰ ਤੱਕ ਨਾ ਜਾਏ। ਮਤਲਬ ਤਸ਼ੱਦੁਦ ਕਰਦੇ ਹੋ, ਟੀਵੀ ਦੀ ਆਵਾਜ਼ ਜ਼ਿਆਦਾ ਕਰਦੀ ਕਿ ਇਹਦੀਆਂ ਚੀਖਾਂ ਦੀ ਹੈ ਜਿਹੜਾ ਕੁੱਲ ਲਾਏਗੀ ਤੇ ਇਹਦੀ ਆਵਾਜ਼ ਬਾਹਰ ਨਾ ਜਾਏ? ਹਾਂਜੀ, ਬਾਹਰ ਨਾ ਜਾਏ, ਬਿਲਕੁਲ। ਫਿਰ ਉਹਨੇ ਮੈਨੂੰ ਨਿਹਾਲ ਕਰਕੇ ਕਮਰੇ 'ਚ ਸੁੱਟ ਦਿੱਤਾ। ਬੰਦਾ ਉੱਥੇ ਹੀ ਸੀ। ਮਾਰ ਕੇ ਬੰਦੇ ਦੇ ਅੱਗੇ ਸੁੱਟ ਦਿੱਤਾ? ਹਾਂਜੀ। ਅੱਛਾ, ਫਿਰ ਤਾਂ ਉਸ ਬੰਦੇ ਦੇ ਕੋਲ ਗਨ ਸੀ। ਉਹਨੇ ਗਨ ਤੇ ਮੇਰੀ ਇੱਜ਼ਤ ਲੁੱਟੀ। ਔਰ ਉਮਰ ਨਾਮ ਦਾ ਬੰਦਾ ਹੈ। ਗਨ ਪੁਆਇੰਟ ਤੇ ਤੇਰੀ ਇੱਜ਼ਤ ਉਹਨੇ ਲੁੱਟੀ ਤੇ ਉਹਦਾ ਨਾਂ ਕੀ ਸੀ? ਉਹਦਾ ਨਾਮ ਉਮਰ ਉਹਦਾ ਨਾਂ ਸੀ? ਹਾਂਜੀ। ਉਹਨੇ ਤੈਨੂੰ ਪਿਸਤੌਲ ਵਹਾਈ ਤੇ ਤੇਰੀ ਇੱਜ਼ਤ ਤਾਰ ਕਰ ਦਿੱਤੀ? ਹਾਂਜੀ। ਉਸ ਤੋਂ ਬਾਅਦ ਕੀ ਹੋਇਆ ਸਨ? उसके बाद में जो ज़ाहिर है नाज़रीन, जब अपनी इज़्ज़त, एक औरत की इज़्ज़त जब लूटी जाती है तो एक शरीफ औरत जो है वो उसके लिए मरने का मुकाम होता है। वो बेचारी कहीं मुंह दिखाने के लायक नहीं रहती। तो ये मेरी बहन, ये शरीफ लड़की है, शरीफ मेरी बहन है और ये दुनिया की सताई हुई है, अपनों की सताई हुई है। अपने ही मजाजी खुदा, अपने शोहर ने इसको दरिंदों के आगे फेंक दिया मार के। अपनी ही सौतेली माँ ने इसको मार के दरिंदों, कुत्तों के, मैं उनको कुत्ते कहूँगा, उन भूखे कुत्तों के आगे फेंक दिया कि अब इनकी हवस बुझाओ। अच्छा सना, उस तो बाद क्यों है? उसके बाद जो मैं कमरे से बाहर निकली तो उस बंदे ने मेरे
ਕਾਸ਼ੀ ਨਾਮ ਨੇ ਸ਼ਰਾਬ ਬਹੁਤ ਪੀਤੀ ਸੀ। ਨਾਮ ਉਹ ਬੰਦੇ ਦਾ ਨਾਂ ਕਾਸ਼ੀ। ਉਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀ ਔਰ ਮੇਰੇ ਪਿੱਛੇ ਉਹ ਨੱਸਿਆ ਔਰ ਉਹਨੇ ਮੇਰੇ ਕੱਪੜੇ ਫਾੜੇ ਔਰ ਉਹਨੇ ਮੈਨੂੰ ਗਲੀ ਦੇ ਵਿੱਚ ਪਿੱਛੇ ਸੀੜੀਆਂ ਤੋਂ ਜਦੋਂ ਮੈਂ ਥੱਲੇ ਉਤਰੀ ਹਾਂ ਉਹਦੇ ਬਾਅਦ ਮੇਰੇ ਕੱਪੜੇ ਫਟੇ ਬਹੁਤ ਜ਼ਿਆਦਾ ਸੀ। ਮੈਂ ਨੰਗੀ ਹਾਲਤ 'ਚ ਬਾਹਰ ਗਈ। मतलब बार में इनते तो चलेगी नंगी हालत विच। हाँ जी, मेरे जिस्म ते कोई कपड़े नहीं सी और मैं नंगी हालत 'ਚ ਜਦੋਂ ਬਾਹਰ ਗਈ ਹਾਂ ਔਰ ਮੈਨੂੰ ਇੱਕ ਲੜਕੇ ਨੇ ਦੇਖਿਆ, ਮੁਦੱਸਰ ਨਾਮ ਦੇ ਲੜਕੇ ਨੇ, ਔਰ ਉਹਨੇ ਮੈਨੂੰ ਚੱਦਰ ਔਰ ਕੁਝ ਲੋਕਾਂ ਨੇ ਵੀ ਮੈਨੂੰ ਦੇਖਿਆ ਨੰਗੀ ਹਾਲਤ ਦੇ ਵਿੱਚ। लेकिन उन्होंने कोई ख्याल नहीं किया। ਨਹੀਂ, ਕੌਣ ਕਿਸੇ ਦਾ ਖਿਆਲ ਕਰਦਾ। अच्छा सना हुण तेरा की चाहती है तू आवाम कोलों अपने हुक्मराना कोलों, तू उन्हां कोलों चाहती की है कि तेरे नाल की होवे? तेनू कोई इंसाफ दवा भी रहा या नहीं? ਨਹੀਂ, ਪੁਲਿਸ नहीं ਦਵਾ ਰਹੀ ਮੈਨੂੰ। सना जो तू लिटन रोड थाने गई उत्थे किहड़ी लेडी कांस्टेबल हैगी सी ਜਿਹੜੀ ਤੈਨੂੰ ਕੁੱਟ ਕੇ ਕਹਿੰਦੀ ਕਿ ਤੂੰ ਵਾਪਸ ਚਲੀ ਜਾ? ਉਹਦੀ ਸਕੀ ਪਨੇਵੀ ਸਾਨੀਆ ਮਨੀਰ। ਉਹਨੇ ਮੈਨੂੰ ਮਾਰਿਆ ਔਰ ਬਕਾਇਦਾ ਮੈਨੂੰ 3 ਘੰਟੇ ਉਹਨੇ ਮੈਨੂੰ ਥਾਣੇ 'ਚ ਬੰਦ ਰੱਖਿਆ। ਕਿੰਦੀ ਸਕੀ ਭਨੇਵੀ ਸੀ? ਸਾਨੀਆ ਮਨੀਰ ਉਹਦੀ ਸਕੀ ਪਨੇਵੀ। ਕਿ ਤੇਰੀ ਮਾਂ ਦੀ ਸੋਤੇਲੀ ਮਾਂ ਦੀ ਭਨੇਵੀ ਹੈ? हाँ जी, ਅੱਛਾ ਠੀਕ ਹੈ। ਮੇਰੀ ਉਹਨੇ ਨਹੀਂ। ਕੀ ਕਿਹਾ? ਉਹਨੇ ਮੈਨੂੰ 3 ਘੰਟੇ ਮਾਰ ਕੇ ਔਰ ਉੱਥੇ ਥਾਣੇ 'ਚ ਬੰਦ ਰੱਖਿਆ। ਅੱਛਾ ਬੰਦ ਰੱਖ ਕੇ ਜਦੋਂ ਰਜ਼ੀਆ ਆਈ ਹੈ ਨਾ, ਉਹਨੇ ਰਜ਼ੀਆ ਨੂੰ ਬੋਤਲਾਂ ਉਹਨੂੰ ਕੁਰਸੀ ਤੇ ਬਹਾ ਕੇ ਉਹਦੀ ਬੜੀ ਇੱਜ਼ਤ ਕੀਤੀ ਜਾ ਰਹੀ ਸੀ ਅੱਛਾ। ਔਰ ਅੰਦਰ ਮੈਂ ਰੋ ਰਹੀ ਸਾਂ ਔਰ ਮੇਰੀ ਕੋਈ ਨਹੀਂ ਸੀ ਸੁਣੀ ਜਾ ਰਹੀ। ਨਹੀਂ ਸੁਣੀ ਜਾ ਰਹੀ। ਫਿਰ ਤੈਨੂੰ ਕੀ ਕਹਿੰਦੀ? ਮੈਨੂੰ ਉਹਦੇ ਹਵਾਲੇ ਕਰ ਦਿੱਤਾ। ਮੈਨੂੰ ਬਾਂਹ ਫੜ ਕੇ ਕਹਿੰਦੀ ਇਹੀ ਜਿਸਮ ਫਰੋਸ਼ੀ ਕਰਨੀ ਔਰ ਧੰਦਾ ਵੀ ਕਰਨਾ ਔਰ ਜਿਸਮ ਫਰੋਸ਼ੀ ਵੀ ਉਹ ਕਰਨੀ। ਲੇਡੀ ਕਾਂਸਟੇਬਲ ਸਾਨੀਆ ਮੁਨੀਰ ਤੈਨੂੰ ਕਹਿੰਦੀ ਕਿ ਤੂੰ ਜਿਸਮ फरोशी ही करेंगी, जड़ी के वर्दी च गई सी उत्थे थाने मौजूद हाँ जी। मैं उससे लेडी कांस्टेबल से कहना चाहता हूँ कि आप थोड़ा सी शर्म करें। आप उसको कहाँ पे लगा रही हैं? आपका काम है, क्योंकि आपके एरिया में भी बड़े इस तरह के होटल्स हैं जहाँ पे ये काम हो रहे हैं, आप उनको भी रोकें। आप तो जिस्म फरोशी को ख़त्म करवाएं, आप प्रमोट कर रही हैं, आप इनसे कह रही हैं आप जाके जिस्म फरोशी करो। इस पर जुल्म ना करें, अल्लाह को आगे हिसाब भी देना है और थोड़ा सा इस मामले में ध्यान करें, उसको इंसाफ दिलाएँ, क्योंकि ये है अपने गिरेबान में झांकी। हाँ, अपने गिरेबान में बिल्कुल अच्छे तरीके से झांके, आपको बहुत से गुनाह उसमें भी नज़र आएंगे। तो मेहरबानी फरमाएं। जो लिटन रोड का SHO आमिर सुहेल कैफ़ी साहब इस टाइम लगे हुए हैं, ये उनके पास जाएंगे तो आप भी ख्याल करें, थोड़ा सा इनको इंसाफ दिलाएं। बाकी जो लोग इनके लिए आवाज़ उठाएंगे मैं उनको सल्यूट पेश करूँगा, क्योंकि इस बैन के साथ बहुत जुल्म हुआ है और हमारी जो आवाम है, बड़े गयूर लोग भी मौजूद हैं, आप इनको सपोर्ट करें, क्योंकि इदारे तो इनको इंसाफ दिलाने में बिल्कुल नाकाम है। तो मेहरबानी फरमा के इनको इंसाफ ज़रूर दिलाइएगा, क्योंकि ये कौम की बेटी हैं। मुझे दीजिए इजाज़त, अल्लाह निगहबान।